ਸਾਡੇ ਨਾਲ ਇਸ ਟਾਈਮ ਮੌਜੂਦ ਨੇ ਭਾਜਪਾ ਦੇ ਕੌਮੀ ਉਪ ਪ੍ਰਧਾਨ ਅਵਿਨਾਸ਼ ਰਾਏ ਖੰਨਾ ਜੀ। ਇਹਨਾਂ ਵੱਲੋਂ ਅੱਜ ਜਲੰਧਰ ਵਿਖੇ ਪ੍ਰੈਸ ਕਾਨਫਰੰਸ ਕੀਤੀ ਗਈ ਹੈ। ਸਭ ਤੋਂ ਪਹਿਲਾਂ ਅਸੀਂ ਜਾਣਦੇ ਹਾਂ ਕਿ ਉਹਨਾਂ ਨੇ ਕਿਹਨਾਂ ਮੁੱਦਿਆਂ ਤੇ ਪ੍ਰੈਸ ਕਾਨਫਰੰਸ ਕੀਤੀ ਹੈ। ਸਰ, ਸਭ ਤੋਂ ਪਹਿਲਾਂ ਤਾਂ ਇਹ ਦੱਸਣਾ ਜਿਹੜੇ ਤੁਹਾਡੇ ਵੱਲੋਂ ਜਲੰਧਰ ਵਿਖੇ ਜਿਹੜੀ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਉਹਨਾਂ ਦੇ ਕੀ ਮੁੱਖ ਮੁੱਦੇ ਸੀਗੇ? ਦੇਖੋ, ਮੇਨ ਮੁੱਖ ਮੁੱਦਾ ਜੋ ਸਾਡੀ ਸਰਕਾਰ ਨੇ ਕਿਸਾਨਾਂ ਨੂੰ ਇੰਪਾਵਰਮੈਂਟ ਦੇ ਕੇ ਉਹਨਾਂ ਦੀ ਪ੍ਰਾਈਸ ਪ੍ਰੋਟੈਕਸ਼ਨ ਦਾ ਆਰਡੀਨੈਂਸ ਲੈ ਕੇ ਆਂਦਾ, ਉਸ ਨੂੰ ਤੁਹਾਡੇ ਰਾਹੀਂ ਜਨਤਾ ਤੱਕ ਪਹੁੰਚਾਉਣਾ ਔਰ ਜਿਹੜੀਆਂ ਕੁਝ ਗਲਤਫਹਿਮੀਆਂ ਨੇ ਉਹਨਾਂ ਨੂੰ ਤੁਹਾਡੇ ਰਾਹੀਂ ਦੂਰ ਕਰਨਾ। ਕੁਝ ਲੋਕ ਇਹ ਅਫਵਾਹ ਉਡਾ ਰਹੇ ਨੇ ਕਿ ਜੀ MSP ਖਤਮ ਕਰਨੀ, ਆਰਡੀਨੈਂਸ ਰਾਹੀਂ ਮੰਡੀਆਂ ਦਾ ਸਿਸਟਮ ਖਤਮ ਕਰਨਾ। ਮੈਂ ਇੱਕ ਗੱਲ ਸਪਸ਼ਟ ਕਹਿ ਦਿੰਦਾ ਕਿ MSP ਸਾਨੂੰ ਪਤਾ ਹੈ ਕਿ ਸਵਾਮੀਨਾਥਨ ਰਿਪੋਰਟ ਨੂੰ ਮੁੱਖ ਰੱਖਦੇ ਹੋਏ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨੇ ਇੱਕ ਟੀਮ ਬਣਾ ਕੇ ਜੋ ਉਹਨਾਂ ਦੀ ਰਿਕਮੈਂਡੇਸ਼ਨ ਸੀ ਇੱਕ ਪਰਮਾਨੈਂਟ ਸਿਸਟਮ MSP ਦਾ ਬਣਾ ਦਿੱਤਾ। ਅੱਗੇ ਕੀ ਹੁੰਦਾ ਸੀ? ਅੱਗੇ ਜੋ ਕਿਸਾਨ ਫਸਲ ਬੀਜ ਲੈਂਦਾ ਸੀ, ਫਸਲ ਖੜੀ ਹੋ ਕੇ ਤਿਆਰ ਹੋ ਜਾਂਦੀ ਸੀ ਤਾਂ ਫਿਰ ਲੜਾਈ ਲੜਦਾ ਸੀ ਕਿ ਮੇਰੀ MSP ਤੈਅ ਕੀਤੀ ਜਾਵੇ। ਕਦੀ ਕੋਈ 10 ਵਧਾਉਂਦਾ ਸੀ, ਕਦੀ 20 ਵਧਾਉਂਦੇ ਸੀ, ਫਿਰ ਸੰਘਰਸ਼ ਕਰਦਾ ਸੀ। ਲੇਕਿਨ ਅਸੀਂ ਸੰਘਰਸ਼ ਨੂੰ, ਕਿਸਾਨ ਨੂੰ ਸੜਕਾਂ 'ਤੇ ਨਾ ਆਵੇ, ਉਹ ਆਪਣਾ ਕੰਮ ਕਰੇ, ਖੇਤ 'ਚ ਪ੍ਰੋਡਕਸ਼ਨ ਵਧਾਵੇ, ਉਹਦੀ MSP ਤੈਅ ਕਰਨ ਦਾ ਫਾਰਮੂਲਾ ਬਣਾ ਦਿੱਤਾ। ਇਹ ਮੈਂ ਅਸ਼ੋਰ ਕਰਦਾ ਕਿ ਉਹ ਫਾਰਮੂਲਾ ਜੋ MSP ਬਣੀ ਹੈ ਕਿਸਾਨ ਦੀ ਨਹੀਂ ਖਤਮ ਹੋਏਗੀ, ਬਲਕਿ ਉਹ ਆਪਣੀ ਮਾਰਕੀਟਿੰਗ ਅੱਛੀ ਤਰ੍ਹਾਂ ਕਰ ਸਕੇ, ਆਪਣੀ ਫਸਲ ਦਾ ਪ੍ਰਾਈਸ ਅੱਛਾ ਲੈ ਸਕੇ, ਉਹਦੇ ਲਈ ਉਹਦੀ ਪ੍ਰੋਟੈਕਸ਼ਨ ਇਹ ਕੀਤੀ ਹੈ। ਔਰ ਮੰਡੀਆਂ ਨੂੰ ਖਤਮ ਕਰਨ ਦਾ ਵੀ ਕੋਈ ਇਹ 'ਚ ਪ੍ਰੋਵੀਜ਼ਨ ਨਹੀਂ ਹੈ। ਜਿਸ ਤਰ੍ਹਾਂ ਕਿ ਮੰਡੀਆਂ ਦਾ ਜਿਹੜੀ ਹੈਗੀ ਕਿ ਨਿੱਜੀ ਕੰਪਨੀਆਂ ਦੇ ਹੱਥਾਂ 'ਚ ਦੇਣ ਦੀ ਜਿਹੜੀ ਖਬਰ ਆਈ ਸੀਗੀਆਂ, ਜਿਸ ਨਾਲ ਜਿਹੜਾ ਕਿ ਕਿਸਾਨ ਆਪਣੇ ਆਪ ਨੂੰ ਬੜਾ ਅਸੁਰੱਖਿਅਤ ਜਿਹੜਾ ਕਿ ਮਹਿਸੂਸ ਕਰ ਰਿਹਾ, ਆਪਣੇ ਆਪ ਨੂੰ ਇਨਸਿਕਿਉਰ ਫੀਲ ਕਰ ਰਿਹਾ, ਉਹਨੂੰ ਇਹਦੇ ਮਨ 'ਚ ਇੱਕ ਡਰ ਦੇਖਣ ਨੂੰ ਮਿਲ ਰਿਹਾ ਇਸ ਦੇ ਕਾਰਨ। ਸਰ, ਉਸ ਦੇ ਬਾਰੇ ਤੁਹਾਡਾ ਕੀ ਕਹਿਣਾ? ਤੁਹਾਡੇ ਵੱਲ ਤਾਂ ਇਹ ਕਿਹਾ ਜਾ ਰਿਹਾ ਕਿ ਉਹ ਨਹੀਂ ਹੋਏਗੀ, ਪਰ ਲੇਕਿਨ ਜਿਹੜਾ ਕਿਸਾਨ ਦਾ ਡਰ ਕਿਵੇਂ ਖਤਮ ਹੋਏਗਾ? ਦੇਖੋ, ਜੇ ਤੁਸੀਂ ਥੋੜ੍ਹਾ ਜਿਹਾ ਕਿਸਾਨੀਅਤ ਬਾਰੇ ਰੂਟ ਲੈਵਲ 'ਤੇ ਜਾਣਦੇ ਹੋ ਤਾਂ ਉਹਦਾ ਇੱਕ, ਜੇ ਕੋਈ ਬਾਗ ਕਿਸਾਨ ਲਾਉਂਦਾ, ਬਾਗ ਲਾਉਣ ਤੋਂ ਬਾਅਦ ਮੈਜੋਰਿਟੀ ਕਿਸਾਨ ਜਿਹੜੇ ਨੇ ਉਹ ਬਾਗ ਵਪਾਰੀ ਨੂੰ ਵੇਚ ਦਿੰਦੇ। ਵਪਾਰੀ ਜਿਹੜਾ ਹੈ ਉਹ ਬਾਗ 'ਚੋਂ ਫਲ ਤੋੜਦਾ, ਪੈਕਿੰਗ ਕਰਦਾ, ਮਾਰਕੀਟਿੰਗ ਕਰਦਾ, ਉਹ ਕਿਸਾਨ ਨੂੰ ਪ੍ਰਾਈਸ ਦੇ ਦਿੰਦਾ। ਕਿਸਾਨ ਮਾਲਕ ਰਹਿੰਦਾ, ਉਹਨੇ ਬਾਗ ਲਾਇਆ ਹੋਇਆ, ਉਹਦਾ ਦੇਖਭਾਲ ਕਰਦਾ। ਇਸੇ ਤਰ੍ਹਾਂ ਇਹਦੇ ਵਿੱਚ ਵੀ ਐਕਟ ਵਿੱਚ ਸਪਾਂਸਰਡ ਸ਼ਬਦ ਯੂਜ਼ ਕੀਤਾ ਕਿ ਕਿਸਾਨ ਨੂੰ ਕੋਈ ਵੀ ਸਪਾਂਸਰ ਕਰ ਸਕਦਾ ਕਿ ਤੇਰੀ ਫਸਲ ਅਸੀਂ ਜਿਹੜੀ ਹੈ ਉਹ ਲੈ ਕੇ ਅੱਗੇ ਵੇਚਾਂਗੇ। ਉਹਦੇ ਨਾਲ ਬਾਹਰ ਲਾਇਆ ਹੋਇਆ ਕਿਹੜਾ ਸਪਾਂਸਰ ਹੈ ਉਹ ਨਾ ਤਾਂ ਬੈਨਾਮਾ ਕਰਾ ਸਕਦਾ, ਨਾ ਰੈਂਟ 'ਤੇ ਲੈ ਸਕਦਾ, ਨਾ ਲੀਜ਼ ਕਰਾ ਸਕਦਾ, ਨਾ ਗਿਫਟ ਕਰਾ ਸਕਦਾ। ਇਹਦਾ ਮਤਲਬ ਕਿਸਾਨ ਮਾਲਕ ਰਹੇਗਾ ਔਰ ਸਿਰਫ ਮਾਰਕੀਟਿੰਗ ਦੀ ਹੈਲਪ ਕਰਨਗੇ। ਜਿਸ ਤਰ੍ਹਾਂ ਤੁਸੀਂ ਕਿਹਾ ਕਿ ਸਪਾਂਸਰ ਕਰ ਸਕਦਾ, ਸਪਾਂਸਰ ਦੇ ਵਿੱਚ ਇੱਕ ਤਰ੍ਹਾਂ ਦਾ ਤਾਂ ਫਿਰ ਉਹ ਕਰਜ਼ੇ ਵਾਲੀ ਗੱਲ ਹੀ ਹੋ ਗਈ। ਉਸ 'ਤੇ ਫਿਰ ਇੰਟਰਸਟ ਵੀ ਲਏਗਾ ਸਪਾਂਸਰ, ਕਿਉਂਕਿ ਸਪਾਂਸਰ ਨੂੰ ਉਸ ਦੇ ਵਿੱਚ ਕੀ ਫਾਇਦਾ ਹੋਏਗਾ? ਸਪਾਂਸਰ ਮਾਰਕੀਟਿੰਗ ਐਕਸਪਰਟ ਹੁੰਦਾ ਇੱਕ, ਜਿੱਦਾਂ ਮੈਂ ਬਾਗ ਦੀ ਗੱਲ ਕੀਤੀ ਨਾ, ਇਸ ਤਰ੍ਹਾਂ ਹੀ ਕਿਸਾਨ ਨੂੰ ਇਹ ਫਾਇਦਾ ਹੋਏਗਾ ਕਿ ਉਹ ਆਪਣੀ ਖੜੀ ਫਸਲ ਵੀ ਵੇਚ ਸਕਦਾ, ਕੱਟ ਕੇ ਫਸਲ ਵੀ ਵੇਚ ਸਕਦਾ। ਸਪਾਂਸਰ ਦਾ ਮਤਲਬ ਕਿ ਉਹ ਮਾਰਕੀਟਿੰਗ ਕਰਨ 'ਚ ਉਹਦੀ ਮਦਦ ਕਰਨਗੇ। ਅਤੇ ਉਸ ਨੂੰ ਸਪਾਂਸਰ ਦਾ ਉਸ ਦੇ ਵਿੱਚ ਨਿੱਜੀ ਹਿੱਤ ਕਿਸ ਤਰ੍ਹਾਂ ਹੋਏਗਾ? ਜੇ ਸਪਾਂਸਰ ਨਾਲ ਪੈਸਾ ਨਿਵੇਸ਼ ਕਰੇਗਾ, ਉਸ 'ਤੇ ਆਪਣੀ ਮਿਹਨਤ ਲਗਾਏਗਾ, ਮਾਰਕੀਟਿੰਗ ਦੇ ਵਿੱਚ ਹੀ ਚਾਹੇ ਉਹ ਉਸ ਦੀ ਮਿਹਨਤ ਲਗਾਏਗਾ, ਉਸ ਦਾ ਨਿੱਜੀ ਹਿੱਤ ਕਿਸ ਤਰ੍ਹਾਂ ਆਏਗਾ? ਉਸ ਤੋਂ ਕਿਸ ਤਰ੍ਹਾਂ ਮੁਨਾਫਾ ਹੋਏਗਾ? ਦੇਖੋ, ਸਿੰਪਲ ਗੱਲ ਹੈ। ਮੰਨ ਲਓ ਕੋਈ ਇੱਕ ਬਿਜ਼ਨਸਮੈਨ ਕਿਸਾਨ ਕੋਲੋਂ ਫਸਲ ਲੈਂਦਾ, ਉਸ ਨੂੰ ਮਾਰਕੀਟਿੰਗ ਦਾ ਪਤਾ, ਉਸ ਨੂੰ ਰੇਟ ਦਾ ਹੀ ਪਤਾ, ਕਿਉਂਕਿ ਸੋਰਸ ਵੀ ਹੈਗੇ ਆ। ਉਹ ਹੋ ਸਕਦਾ ਕਿਸਾਨ ਕੋਲ ਨਾ ਹੋ, ਉਹ ਉਹਨਾਂ ਸੋਰਸਿਸ ਨੂੰ ਯੂਜ਼ ਕਰਕੇ ਕਿਸਾਨ ਨੂੰ ਇਸ ਗੱਲ ਦਾ, ਕਿਉਂਕਿ ਕਿਸਾਨ ਦੀ MSP ਤੋਂ ਘਟਣਾ ਹੀ ਘਟਣਾ ਰੇਟ ਨਹੀਂ ਹੈ, ਬਲਕਿ ਕਿਸਾਨ ਨੂੰ ਵੀ ਬਾਰਗੇਨਿੰਗ ਕਰਨ ਦਾ ਮੌਕਾ ਮਿਲ ਜਾਏਗਾ ਕਿ ਮੈਨੂੰ ਤੁਸੀਂ MSP ਤੋਂ ਉੱਪਰ ਰੇਟ ਕੀ ਦਿੰਦੇ ਹੋ। ਤਾਂ ਇਸ ਦੇ ਨਾਲ ਸਰ ਜਿਹੜੀ ਇਸ ਸੰਬੰਧੀ ਹੀ ਨਾ ਤਿੰਨਾਂ ਬਿੱਲਾਂ ਦੇ ਸੰਬੰਧੀ ਜਿਹੜੀ ਲਗਾਤਾਰ ਜਿਹੜੇ ਕਿ ਰੋਸ ਪ੍ਰਦਰਸ਼ਨ ਹੋ ਰਹੇ ਹੈ, ਇਸ ਸੰਬੰਧੀ ਜਿਹੜੇ ਕਿ ਕਿਸਾਨਾਂ ਵਿੱਚ ਵੀ ਰੋਸ਼ ਹੈ ਔਰ ਕਿਸਾਨ ਜਥੇਬੰਦੀਆਂ ਵੱਖ-ਵੱਖ ਢੰਗ ਨਾਲ ਜਿਹੜਾ ਹੈ ਕਿ ਮੈਮੋਰੈਂਡਮ ਵੀ ਦੇ ਰਹੀਆਂ ਨੇ, ਉਸ ਪੱਖ ਤੁਹਾਡਾ ਕੀ ਕਹਿਣਾ? ਦੇਖੋ, ਕਿਸਾਨ ਜਥੇਬੰਦੀਆਂ ਨੂੰ ਕਿਤੇ ਕੋਈ ਰੋਸ਼ ਨਹੀਂ। ਸਿਰਫ ਕੁਝ ਪੋਲੀਟੀਕਲ ਪਾਰਟੀਆਂ ਨੇ ਦੋ ਗੱਲਾਂ ਕਹਿ ਕੇ ਕਿਸਾਨ ਦੇ ਵਿੱਚ ਭਰਮ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਹੈ। ਉਹ ਭਰਮ ਤੁਹਾਡੇ ਰਾਹੀਂ ਦੂਰ ਕਰ ਰਹੇ ਹਾਂ। ਅਤੇ ਸਰ, ਇਸ ਦੇ ਨਾਲ ਜਿਹੜਾ ਕਿ ਸਭ ਤੋਂ ਪਹਿਲਾਂ ਮੈਂ ਗੱਲ ਕਰਾਂਗਾ ਕਿ ਜਿਹੜਾ ਇਸ ਟਾਈਮ ਸਾਡੀ ਜਿਹੜੀ ਚੀਨ ਦੇ ਨਾਲ ਜਿਹੜਾ ਤਣਾਅ ਚੱਲ ਰਿਹਾ, ਗਲਵਾਨ ਘਾਟੀ ਦੇ ਵਿੱਚ ਜਿਹੜੀ ਝੜਪ ਹੋਈ ਹੈ, ਉਸ ਦੇ ਵਿੱਚ ਸਾਡੇ 20 ਜਵਾਨ ਜਿਹੜੇ ਸ਼ਹੀਦ ਵੀ ਹੋਏ ਨੇ। ਉਸ ਤੋਂ ਬਾਅਦ ਜਿਹੜੀ ਦਿਨ ਬਰ ਦਿਨ ਜਿਹੜੀ ਹੈ ਕਿ ਸਥਿਤੀ ਜਿਹੜੀ ਤਣਾਅਪੂਰਨ ਹੁੰਦੀ ਜਾ ਰਹੀ ਹੈ, ਅਤੇ ਇਸੀ ਦੇ ਚੱਲਦਿਆਂ ਸਾਡੇ ਵੱਲੋਂ ਪਿੱਛੇ ਇੱਕ 59 ਐਪਲੀਕੇਸ਼ਨਸ ਵੀ ਬੈਨ ਕਰ ਦਿੱਤੀਆਂ ਗਈਆਂ ਸੀਗੀਆਂ।
ਇਸ ਦੇ ਸਾਨੂੰ ਤੁਸੀਂ ਸਮਝ ਸਕਦੇ ਆ ਕਿ ਜਿਹੜੀ ਅਸੀਂ ਜਿਹੜੀ 59 ਐਪਲੀਕੇਸ਼ਨ ਜਿਹੜੀ ਬੈਨ ਕੀਤੀਆਂ ਉਸ ਤੋਂ ਬਾਅਦ ਜਿਹੜਾ ਕਿ ਸਾਡਾ ਡਾਟਾ ਜਾਂ ਸਾਡਾ ਪੈਸਾ ਸਿਕਿਉਰ ਆ ਜਿਹੜਾ ਇੰਟਰਨੈਟ ਦੇ ਮਾਧਿਅਮ ਨਾਲ ਉਹਨਾਂ ਚੀਨੀ ਕੰਪਨੀਆਂ ਵੱਲੋਂ ਜਾਂਦਾ ਸੀ। ਅਜਿਹੀਆਂ ਇੰਟਰਨੈਟ ਦੀ ਦੁਨੀਆ ਦੇ ਵਿੱਚ ਲੱਖੋਂ ਐਪਲੀਕੇਸ਼ਨਸ ਹੋਰ ਨੇ, ਲੱਖਾਂ ਦੇ ਵਿੱਚ ਵੈਬਸਾਈਟਸ ਹੋਰ ਨੇ ਜਿਨ੍ਹਾਂ ਤੇ ਉਹ ਜਿਹਨਾਂ ਨੂੰ ਹੈਕ ਕਰਕੇ ਉਹ ਕਰ ਸਕਦਾ। ਸਾਈਬਰ ਜਿਹੜੀ ਸਾਡੀ ਸਾਈਬਰ ਸਿਕਿਉਰਿਟੀ ਹੈ ਜਿਹੜੀ ਉਹ ਇੱਕਦਮ ਜ਼ੀਰੋ ਹੈ। ਉਸ ਦੇ ਸੰਬੰਧੀ ਅਸੀਂ ਆਪਣਾ ਮੁਕੰਮਲ ਡਾਟਾ ਕਿੱਦਾਂ ਸੁਰੱਖਿਅਤ ਕਰ ਰੱਖ ਸਕਦੇ ਹਾਂ। ਸਾਡੀ ਦੇਸ਼ ਦੀਆਂ ਖੂਫੀਆਂ ਜਿਹੜੀ ਜਾਣਕਾਰੀਆਂ ਉਹ ਤੱਕ ਲੀਕ ਤੱਕ ਹੋ ਜਾਂਦੀਆਂ ਨੇ। ਸਰ ਤੁਹਾਡਾ ਉਸ ਬਾਰੇ ਕੀ ਕਹਿਣਾ? ਪਹਿਲੀ ਗੱਲ, ਇਹ ਕੁਐਸਚਨ ਦੋ ਤਿੰਨ ਐਂਗਲ ਨਾਲ ਤੁਸੀਂ ਕੀਤਾ। ਪਹਿਲੀ ਗੱਲ, ਮੈਂ ਤੁਹਾਡੇ ਦਰਸ਼ਕਾਂ ਨੂੰ ਆਸ਼ਵਾਸਨ ਦਿੰਦਾ ਕਿ ਸਾਡੀ ਸਰਕਾਰ ਥੱਲੇ ਜਿਹੜੀਆਂ ਸੀਮਾਵਾਂ ਨੇ ਬਿਲਕੁਲ ਸੁਰੱਖਿਅਤ ਨੇ। ਦੂਸਰੀ ਗੱਲ, ਇਕੱਲੇ ਸੈਨਿਕ ਬਾਰਡਰ ਤੇ ਨਹੀਂ ਲੜ ਰਹੇ ਬਲਕਿ 130 ਕਰੋੜ ਦੀ ਜਨਤਾ ਇਹ ਲੜਾਈ ਇੱਥੇ ਬੈਠ ਕੇ ਗਰਾਊਂਡ ਤੇ ਵੀ ਲੜ ਰਹੀ ਹੈ। ਜਦੋਂ ਅਸੀਂ ਸਵਦੇਸ਼ੀ ਦਾ ਨਾਅਰਾ ਦਿੱਤਾ ਹੈ ਤੇ ਸਭ ਤੋਂ ਪਹਿਲਾਂ ਕੰਮ ਕੀਤਾ ਕਿ 200 ਕਰੋੜ ਰੁਪਏ ਦੇ ਇੱਕ ਦੇ ਕੰਟਰੈਕਟ ਜਿਹੜੇ ਨੇ 200 ਕਰੋੜ ਉਹ ਸਾਡੇ ਸਵਦੇਸ਼ੀ ਲੋਕ ਹੀ ਲੈਣਗੇ, ਉਹ 'ਚ ਇੰਟਰਨੈਸ਼ਨਲ ਕੋਈ ਵੀ ਬਿਡ ਨਹੀਂ ਹੋਏਗੀ। ਫਿਰ ਚਾਈਨਾ ਨਾਲ ਜਿੰਨੇ ਵੀ ਕੰਟਰੈਕਟ ਸਰਕਾਰਾਂ ਨੇ ਕੀਤੇ ਹੋਏ ਸੀਗੇ ਅਲੱਗ-ਅਲੱਗ ਸਰਕਾਰਾਂ ਨੇ ਉਹ ਵੀ ਕੈਂਸਲ ਕਰਤੇ। ਆਰਥਿਕ ਤੌਰ ਤੇ ਚਾਈਨਾ ਅੱਜ ਕਮਜ਼ੋਰ ਹੋਣ ਦੀ ਪਾਸੇ ਚੱਲ ਪਿਆ। ਉਹਦਾ ਹੀ ਤੁਸੀਂ ਰਿਜ਼ਲਟ ਦੇਖਿਆ ਕਿ ਉਸ ਨੂੰ ਕਿਹਦਾ ਸਹਾਰਾ ਲੈਣਾ ਪੈ ਰਿਹਾ। ਕਦੀ ਉਹ ਬੰਗਲਾਦੇਸ਼ ਕੋ ਜਾਂਦਾ, ਕਦੀ ਉਹ ਨੇਪਾਲ ਕੋ ਜਾਂਦਾ, ਕਦੀ ਉਹ ਭੂਟਾਨ ਕੋ ਜਾਂਦਾ। ਉਹਨਾਂ ਦੇਸ਼ਾਂ ਦੇ ਮੋਢੇ 'ਤੇ ਰੱਖ ਕੇ ਉਹ ਬੰਦੂਕ ਚਲਾਉਣਾ ਚਾਹੁੰਦਾ। ਲੇਕਿਨ ਇਹ ਦੇਸ਼ ਸਾਡੇ ਨਾਲ ਬਹੁਤ ਅੱਛਾ ਸੰਬੰਧ ਹੈ, ਕਦੀ ਵੀ ਚਾਈਨਾ ਦੀ ਨੀਤੀ ਦੇ ਨੂੰ ਕਾਮਯਾਬ ਉਹ ਨਹੀਂ ਹੋਣ ਦੇਣਗੇ, ਸਾਡੇ ਨਾਲ ਰਿਲੇਸ਼ਨ ਮੇਨਟੇਨ ਰੱਖਣਗੇ। ਜਿਹੜੀ ਤੁਸੀਂ ਸਾਈਬਰ ਦੀ ਗੱਲ ਕੀਤੀ ਹੈ, ਡਾਟਾ ਚੋਰੀ ਦੀ ਗੱਲ ਕੀਤੀ ਹੈ, ਸਮੇਂ ਸਿਰ ਕਈ ਵਾਰ ਹੁੰਦਾ ਰਿਹਾ, ਲੇਕਿਨ ਸਾਡੀਆਂ ਏਜੰਸੀਆਂ ਵੀ ਬਹੁਤ ਜਾਗਰੂਕ ਨੇ। ਸਾਡੇ ਕੋਲ ਵੀ ਸਿਸਟਮ ਪੂਰਾ ਬਣਿਆ ਹੋਇਆ। ਇਹ ਬੈਨ ਕਰਨ ਦੇ ਨਾਲ ਹੀ ਚਾਈਨਾ ਤਿਲਮਿਲਾ ਗਿਆ। ਠੀਕ ਹੈ, ਆਪਣੇ ਆਵਾਹਨ ਕੀਤਾ ਆਪਣੇ ਲੋਕਾਂ ਨੂੰ ਕਿ ਤੁਸੀਂ ਕਿਉਂ ਨਹੀਂ ਕਰ ਸਕਦੇ ਆਪਣੇ। ਉਹਦੇ ਲਈ ਕਰੋਨਾ ਦੇ ਟਾਈਮ 'ਚ ਵੀ ਜਦੋਂ ਦੇਸ਼ ਦੇ ਪ੍ਰਧਾਨ ਮੰਤਰੀ ਨੇ ਸਵਦੇਸ਼ੀ ਦਾ ਨਾਅਰਾ ਦਿੱਤਾ ਸੀਗਾ ਤਾਂ ਇਸ ਵੇਲੇ 4.5 ਲੱਖ PP ਕਿੱਟ N95 ਮਾਸਕ ਦੇਸ਼ 'ਚ ਬਣਨ ਲੱਗ ਗਿਆ, ਜਿਹੜਾ ਪਹਿਲਾਂ ਨਹੀਂ ਬਣਦਾ ਸੀ। ਹੁਣ ਇਹ ਨਾਅਰਾ ਦਿੱਤਾ ਕਿ ਤੁਸੀਂ ਆਪਣੀਆਂ ਐਪਸ ਬਣਾਓ, ਉਹ ਵੀ ਬਣ ਜਾਣਗੀਆਂ। ਕਿਸੇ ਤਰ੍ਹਾਂ ਇਹ ਦੇਸ਼, ਕਿਉਂਕਿ ਸਾਡੇ 'ਚ ਕੈਪੈਸਿਟੀ ਬਹੁਤ ਹੈ, ਕੈਪੇਬਿਲਿਟੀ ਬਹੁਤ ਹੈ, ਸਾਡੇ ਨਾਲ ਦੇਸ਼ ਭਗਤੀ ਬਹੁਤ ਹੈ। ਇਸ ਕਰਕੇ ਜਦੋਂ ਸਵਦੇਸ਼ੀ ਦਾ ਨਾਅਰਾ ਦਿੱਤਾ ਉਹਦੇ ਨਾਲ ਹੀ ਚਾਈਨਾ ਜਿਹੜਾ ਹੈ ਉਹ ਹਿਲ ਗਿਆ। ਸਾਨੂੰ ਚਾਈਨਾ ਤੋਂ ਘਬਰਾਉਣ ਦੀ ਲੋੜ ਨਹੀਂ। ਸਾਡੀਆਂ ਸੀਮਾਵਾਂ ਸੁਰੱਖਿਅਤ ਨੇ, ਸਾਡੇ ਡਾਟੇ ਸੁਰੱਖਿਅਤ ਨੇ, ਸਾਡੇ ਕੋਲ ਸਾਰਾ ਸਿਸਟਮ ਜਿਹੜਾ ਹੈ ਉਹ ਉਹਨਾਂ ਨੂੰ ਸੁਰੱਖਿਅਤ ਰੱਖਣ ਲਈ ਪੂਰਾ ਹੈ। ਇਸ ਦੇ ਨਾਲ ਹੀ ਤਾਲਾਬੰਦੀ ਦੌਰਾਨ ਜਿਹੜਾ ਹੈਗਾ ਕਿ ਲੋਕਾਂ ਦੇ ਜਿਹੜੇ ਕਾਫੀ ਲੋਕਾਂ ਦੇ ਜਿਹੜੇ ਕੰਮ ਬੰਦ ਹੋਏ ਨੇ, ਬਹੁਤ ਭਾਰੀ ਤਾਦਾਦ 'ਚ ਲੋਕ ਬੇਰੁਜ਼ਗਾਰ ਵੀ ਹੋਏ ਨੇ, ਕਈ ਫੈਕਟਰੀਆਂ ਤੱਕ ਵੀ ਬੰਦ ਹੋਣ ਦੀ ਕਗਾਰ 'ਤੇ ਹੈਗੀਆਂ ਨੇ। ਕੇਂਦਰ ਸਰਕਾਰ ਵੱਲੋਂ ਇਹੋ ਜਿਹੇ ਉਹਨਾਂ ਦੇ ਵੱਲੋਂ ਕੀ ਸਟੈਂਡ ਹੈ, ਭਾਜਪਾ ਪਾਰਟੀ ਵੱਲੋਂ ਉਹਨਾਂ ਵਾਸਤੇ ਕੀ ਸਟੈਂਡ ਹੈ ਕਿ ਜਿਹੜੇ ਲੋਕ ਜਿਹੜੇ ਨੇ ਇਸ ਟਾਈਮ ਇਸ ਮਹਾਂਮਾਰੀ ਦੇ ਦੌਰਾਨ ਤਾਲਾਬੰਦੀ ਕਰਕੇ ਬੇਰੁਜ਼ਗਾਰ ਹੋ ਰਹੇ ਨੇ, ਜਿਨ੍ਹਾਂ ਲੋਕਾਂ ਦੇ ਕੰਮ ਬੰਦ ਹੋਏ ਨੇ, ਭਾਜਪਾ ਦਾ ਉਸ ਦੇ ਸੰਬੰਧੀ ਉਹਨੂੰ ਕਿਸ ਤਰ੍ਹਾਂ ਦੀ ਸਪੋਰਟ ਰਹੇਗੀ ਔਰ ਭਾਜਪਾ ਉਹਨਾਂ ਦੇ ਪਿੱਛੇ ਕੀ ਸਟੈਂਡ ਲੈ ਰਹੀ ਹੈ? ਬਹੁਤ ਅੱਛਾ ਪ੍ਰਸ਼ਨ ਤੁਸੀਂ ਕੀਤਾ। ਇੱਕ ਦੇਸ਼ ਦੇ ਪ੍ਰਧਾਨ ਮੰਤਰੀ ਨੇ ਇੱਕ ਸ਼ਬਦ ਯੂਜ਼ ਕੀਤਾ, ਆਤਮ ਨਿਰਭਰ ਭਾਰਤ। ਮਤਲਬ ਆਪਣੇ ਪੈਰਾਂ 'ਤੇ ਖੜਨਾ ਸੀ। ਉਹਦੇ ਲਈ ਕੀ ਕੀਤਾ? ਇੱਕ ਮਜ਼ਦੂਰ ਤੋਂ ਲੈ ਕੇ ਇੱਕ ਇੰਡਸਟਰੀਜ਼ ਤੱਕ ਉਸ ਨੂੰ ਇਕਨੋਮਿਕ ਪੈਕੇਜ 20 ਲੱਖ ਕਰੋੜ ਰੁਪਏ ਦਾ ਦਿੱਤਾ। ਉਹ ਕੀ ਕੀਤਾ? ਇਮੀਡੀਏਟਲੀ ਜਨਧਨ ਖਾਤੇ ਸੀ, ਮਾਂ ਦੇ ਘਰ 'ਚ ਪੈਸਾ ਚਲੇ ਗਿਆ, ਸਿਲੰਡਰ ਚਲੇ ਗਏ, ਕਿਸਾਨ ਨੂੰ ਉਹਦੀ ਕਿਸਾਨ ਨਿਧੀ ਚਲੇਗੀ। ਜਿਹੜੇ MSME ਸੈਕਟਰ ਸੀ ਉਹਨਾਂ ਨੂੰ ਕਹਿ ਦਿੱਤਾ ਕਿ ਤੁਹਾਨੂੰ ਜਿਹੜਾ ਇੰਟਰਸਟ ਫਰੀ ਲੋਨ ਉਹ ਅਸੀਂ ਸੈਂਕਸ਼ਨ ਕਰ ਰਹੇ ਹਾਂ। ਬੈਂਕਾਂ ਨੇ ਬੁਲਾ ਕੇ ਉਹਨਾਂ ਦੇ ਫਾਰਮ ਭਰੇ, ਲੋਨ ਦੇਣਾ ਸ਼ੁਰੂ ਕਰਤਾ ਤਾਂ ਕਿ ਉਸ ਸਮੇਂ 'ਤੇ ਉਹ ਆਪਣੇ ਪੈਰਾਂ 'ਤੇ ਖੜ੍ਹ ਸਕਣ। ਅੱਜ ਮਜ਼ਦੂਰ ਵਾਸਤੇ ਵੀ ਸੋਚਿਆ, ਅੱਜ ਵਪਾਰੀ ਵਾਸਤੇ ਵੀ ਸੋਚਿਆ। ਅੱਜ ਡੇਅਰੀ ਲਾਉਣ ਵਾਲਾ ਬੰਦਾ ਜਿਹੜਾ ਸੀਗਾ ਉਹਦਾ ਹੁਣ ਠੀਕ ਹੈ 3 ਮਹੀਨੇ ਕੋਈ ਆਇਆ ਨਹੀਂ ਤਾਂ ਕਸਟਮਰ ਵੀ ਖਤਮ ਹੋ ਗਿਆ। ਉਹਨੂੰ ਕਿਹਾ ਕਿ ਇੰਟਰਸਟ ਔਰ ਗਰੰਟੀ ਫਰੀ ਲੋਨ 10,000 ਤੂੰ ਲੈ, ਤੂੰ ਆਪਣਾ ਕੰਮ ਸ਼ੁਰੂ ਕਰ। ਮਤਲਬ ਐਡਾ ਬੜਾ ਕੰਮ ਜਿਹੜਾ ਇੱਕ ਪਰਿਵਾਰ ਕਰਦਾ ਆਪਣੇ ਵਾਸਤੇ, ਉਹ ਸਾਡੀ ਸਰਕਾਰ ਨੇ ਦੇਸ਼ ਵਾਸਤੇ ਕੀਤਾ। ਇਸ ਦੇ ਨਾਲ ਸਰ ਜਿਹੜਾ ਤੁਸੀਂ 20 ਲੱਖ ਕਰੋੜ ਦੀ ਜਿਹੜੀ ਤੁਸੀਂ ਪੈਕੇਜ ਦੀ ਗੱਲ ਕੀਤੀ ਆ, ਸਾਡੇ ਅਰਥ ਵਿਵਸਥਾ ਦੇ ਜਿਹੜੇ ਮਾਹਰ ਨੇ, ਜਿਹੜੇ ਸਾਡੇ ਅਕਾਊਂਟੈਂਟਸ ਨੇ, ਉਹਨਾਂ ਦਾ ਇਹੀ ਕਹਿਣਾ ਕਿ ਜਿਹੜਾ ਇਹਨਾਂ ਨੇ ਕਰਜ਼ੇ ਦੇ ਰੂਪ ਦੇ ਵਿੱਚ ਦਿੱਤਾ ਹੈ ਉਹ ਆਮ ਜਨਤਾ ਨੂੰ ਉਸ ਤਰ੍ਹਾਂ ਹੀ ਸਪੋਰਟ ਦੇ ਸਬਸਿਡੀ ਦੇ ਤੌਰ 'ਤੇ ਵੀ ਦੇ ਸਕਦੇ ਸੀਗੇ। ਇਸ ਦੇ ਵਿੱਚ ਜਿਹੜੀ ਕਿ ਜਨਤਾ ਜ਼ਿਆਦਾ ਜਾਗਰੂਕ ਨਹੀਂ ਹੋਵੇਗੀ, ਕਰਜ਼ਾ ਦੇ ਰੂਪ ਦੇ ਵਿੱਚ ਉਸ ਪੈਸੇ ਨੂੰ ਵਰਤਣ ਦੇ ਵਾਸਤੇ ਕਿਤੇ ਨਾ ਕਿਤੇ ਉਹਨਾਂ ਵਿੱਚ ਡਰ ਵੀ ਰਹੇਗਾ ਕਿ ਅਸੀਂ ਵਾਪਸ ਮੋੜਨੇ ਕਿੱਦਾਂ। ਜੇ ਨਹੀਂ ਮੋੜੇ ਤੇ ਜਿਸ ਪ੍ਰੋਸੈਸ ਦੇ ਥਰੂ ਆਉਣਗੇ ਉਹ ਸੰਬੰਧਿਤ ਜਿਹੜੇ ਅਧਿਕਾਰੀ ਨੇ ਉਹ ਉਹਨਾਂ ਦੇ ਉੱਤੇ ਕੱਲ੍ਹ ਨੂੰ ਕਾਰਵਾਈ ਵੀ ਕਰ ਸਕਦੇ ਨੇ। ਇੱਕ ਭਾਰੀ ਡਰ ਹੈਗਾ ਜਿਹੜੀ ਜਨਤਾ ਦੇ ਵਿੱਚ, ਉਹ ਕਿਸ ਤਰ੍ਹਾਂ ਉੱਠ ਪਾਏਗੀ? ਉਹ ਦੇਖੋ,
ਜਦੋਂ ਕੋਈ ਵਿਪਤਾ 'ਚ ਹੋਵੇ ਨਾ, ਉਹਦੀ ਉਂਗਲੀ ਫੜ ਕੇ ਉਹਨੂੰ ਉਠਾ ਕੇ ਤੋਰਨਾ ਹੁੰਦਾ। ਸਰਕਾਰ ਨੇ ਉਹੀ ਕੰਮ ਕੀਤਾ। ਸਾਡੀ ਜਿਹੜੀ ਅਰਥ ਵਿਵਸਥਾ ਸੀ, ਲੋਕ ਖਾਸ ਤੌਰ 'ਤੇ ਇੱਕ ਪਰਿਵਾਰ ਤੋਂ ਲੈ ਕੇ ਇੱਕ ਇੰਡਸਟਰੀਅਲਿਸਟ ਤੱਕ, ਉਹਨਾਂ ਨੂੰ ਕੀ ਲੋੜ ਸੀ? ਇੱਕ ਥੋੜ੍ਹੀ ਜਿਹੀ ਉਂਗਲੀ ਫੜ ਕੇ ਚੱਲਣ ਦੀ ਲੋੜ ਸੀ। ਥੋੜ੍ਹਾ ਜਿਹਾ ਪੈਸਾ ਉਹਨਾਂ ਨੂੰ ਮਿਲੇ, ਪੈਸਾ ਮਿਲੇ, ਕੰਮ ਸ਼ੁਰੂ ਕਰਨਗੇ। ਅਤੇ ਨਾਲ ਇਹ ਕਹਿ ਦਿੱਤਾ ਕਿ ਦਸੰਬਰ ਤੱਕ ਕਿਸੇ ਨੂੰ ਵੀ NP ਨਹੀਂ ਕੀਤਾ ਜਾਏਗਾ। 1 ਸਾਲ ਇੰਟਰਸਟ ਫਰੀ ਲੋਨ ਹੈ, 1 ਸਾਲ ਤੁਸੀਂ ਪੈਸਾ ਵਰਤੋ, ਉਹਦਾ ਲੋਨ ਤੁਸੀਂ ਕਮਾਓ ਅਤੇ ਕਮਾ ਕੇ ਤੁਸੀਂ ਉਹਨੂੰ ਵਾਪਸ ਕਰੋ, ਠੀਕ ਹੈ ਨਾ। ਇਹ ਗੌਰਮੈਂਟ ਦੇ ਜਿਹੜੇ ਪੈਸੇ ਹੁੰਦੇ ਨੇ ਉਹ ਇਸ ਤਰ੍ਹਾਂ ਹੀ ਸਕੀਮਾਂ ਬਣਦੀਆਂ, ਕਿਸੇ ਨੇ ਇਕੱਲੇ ਬੈਠ ਕੇ ਨਹੀਂ, ਬੜੀ ਇੱਥੇ ਐਕਸਰਸਾਈਜ਼ ਹੋਈ ਹੈ, ਉਸ ਤੋਂ ਬਾਅਦ ਹੀ ਇਹ ਸਕੀਮ ਬਣਾਈ ਗਈ ਹੈ। ਔਰ ਇਹਦਾ ਲਾਭ ਜਿਹੜੇ ਲੋਕ ਲੈ ਰਹੇ ਨੇ, ਜਿਹੜੇ ਕੰਡੈਮ ਕਰ ਰਹੇ ਨੇ, ਕੁਝ ਗੱਲਾਂ ਕਰ ਰਹੇ ਨੇ, ਉਹਨਾਂ ਕੋਲ ਕੋਈ ਬੇਸਿਕ ਪੁਆਇੰਟ ਨਹੀਂ ਹੈ, ਉਹਨਾਂ ਕੋਲ ਕੁਛ ਲੌਜਿਕ ਨਹੀਂ ਹੈ। ਜਦ ਕਿ ਸਾਡੀ ਸਰਕਾਰ ਨੇ, ਮੈਂ ਇੱਕ ਫਿਰ ਸ਼ਬਦ ਯੂਜ਼ ਕਰਦਾ ਕਿ ਲੇਬਰ ਵਾਸਤੇ ਵੀ, ਇੱਕ ਗਰੀਬ ਔਰਤ ਵਾਸਤੇ ਵੀ, ਇੱਕ ਮਜ਼ਦੂਰ ਵਾਸਤੇ ਵੀ, ਕਿਸਾਨ ਵਾਸਤੇ ਵੀ, ਇੰਡਸਟਰੀਸਟ ਵਾਸਤੇ ਵੀ ਐਡੇ ਵੱਡੇ ਪੈਕੇਜ ਨੂੰ, ਇੰਨੇ ਲੋਕਾਂ ਨੂੰ ਕਵਰ ਕਰਨਾ ਔਰ ਹਰ ਬੰਦਾ ਸੈਟਿਸਫਾਈਡ ਹੋ ਕੇ ਗਿਆ, ਇਹ ਬਹੁਤ ਵੱਡੀ ਗੱਲ ਹੈ। ਸਰ, ਤੁਸੀਂ ਗੱਲ ਕੀਤੀ ਲੇਬਰਸ ਦੀ, ਮੈਂ ਉਹੀ ਆਪਣੇ ਪ੍ਰਵਾਸੀ ਭਾਰਤੀਆਂ ਦੀ ਗੱਲ ਕਰਦਾ ਹਾਂ, ਜਿਨ੍ਹਾਂ ਨੂੰ ਤਾਲਾਬੰਦੀ ਦੌਰਾਨ ਸੈਂਕੜੋਂ ਮੀਲ ਪੈਦਲ ਚੱਲ ਕੇ ਜਿਹੜਾ ਹੈ ਕਿ ਆਪਣੇ ਪ੍ਰਦੇਸ਼ਾਂ ਨੂੰ, ਆਪਣੇ ਸੂਬਿਆਂ ਨੂੰ ਪੈਦਲ ਜਾਣਾ ਪਿਆ। ਰਸਤੇ 'ਚ ਕਈਆਂ ਦੀ ਮੌਤ ਵੀ ਹੋ ਗਈ, ਕਈਆਂ ਦੇ ਪੈਰ ਛਾਲੇ ਵੀ ਪਏ, ਕਈ ਲੋਕੀ ਆਪਣੇ ਘਰਾਂ ਤੱਕ ਪਹੁੰਚ ਵੀ ਨਹੀਂ ਪਾਏ। ਉਹਨਾਂ ਲੋਕਾਂ ਵਾਸਤੇ ਉਸ ਵੇਲੇ ਕੇਂਦਰ ਸਰਕਾਰ ਵੱਲੋਂ ਕਿਉਂ ਨਹੀਂ ਸੋਚਿਆ ਗਿਆ, ਕਿਉਂ ਨਹੀਂ ਭਾਜਪਾ ਸਰਕਾਰ ਵੱਲੋਂ ਸੋਚਿਆ ਗਿਆ? ਕਾਫੀ ਭਾਰੀ ਤਾਦਾਦ ਦੇ ਵਿੱਚ ਜਿਹੜੇ ਲੋਕੀ ਜਿਹੜੇ ਸੀਗੇ ਪ੍ਰਵਾਸੀ ਭਾਰਤੀ, ਜਿਹੜੇ ਆਪਣੇ ਹੈਗੇ ਦੂਜੇ ਸੂਬਿਆਂ ਤੋਂ ਆਏ ਲੋਕ, ਜਿਹੜੇ ਆਪਣੇ ਮੁੰਬਈ ਤੋਂ ਪੈਦਲ, ਬੰਬੇ ਤੋਂ ਪੈਦਲ ਤੁਰ ਕੇ ਆਪਣੇ ਸੂਬਿਆਂ ਨੂੰ ਗਿਆ ਹੋਇਆ ਕਿਤੇ ਗਿਆ। ਆਖਿਰਕਾਰ ਜਿਹੜੇ ਹੈ ਕਿ ਬਾਲੀਵੁੱਡ ਐਕਟਰ ਸੋਨੂ ਸੂਦ ਨੂੰ ਉਸ ਦੇ ਵਿੱਚ ਲੈ ਕੇ ਬੱਸਾਂ ਤੱਕ ਚਲਾਉਣੀਆਂ ਪਈਆਂ। ਇਹ ਸੰਗਿਆਨ ਕੇਂਦਰ ਦੇ ਵਿੱਚ ਆਪਣੀ ਭਾਜਪਾ ਦੀ ਸਰਕਾਰ ਹੁੰਦੇ ਹੋਏ ਭਾਜਪਾ ਨੇ ਉਸ ਵੇਲੇ ਧਿਆਨ ਕਿਉਂ ਦਿੱਤਾ? ਤੁਸੀਂ ਆਪਣਾ ਨਾ ਕਰੋਨਾ ਦੇ ਟਾਈਮ ਦਾ ਪੀਰੀਅਡ ਯਾਦ ਕਰੋ, ਨੈਚੁਰਲੀ ਕਵਰ ਕੀਤਾ ਹੋਏਗਾ। ਕੀ ਕਿਹਾ ਸੀ ਅਸੀਂ ਵੀ ਜਿਹੜੇ ਮਜ਼ਦੂਰ ਜਾਣਾ ਚਾਹੁੰਦੇ ਆ, ਹੁਣ ਉੱਚ ਕੀ ਹੈ, ਇੱਕ ਸਰਕਾਰ ਨੇ ਮਤਲਬ ਬੰਬੇ ਤੋਂ ਜਾਣਾ ਯੂਪੀ 'ਚ, ਬੰਬੇ ਤੋਂ ਜਾਣਾ ਰਾਜਸਥਾਨ 'ਚ, ਬੰਬੇ ਤੋਂ ਜਾਣਾ ਗੁਜਰਾਤ 'ਚ, ਗੁਜਰਾਤ ਤੋਂ ਆਉਣਾ ਇੱਧਰ, ਇਹੀ ਮਾਈਗ੍ਰੇਸ਼ਨ ਹੈ ਨਾ। ਅਤੇ ਕੇਂਦਰ ਨੇ ਇੱਕ ਵਧੀਆ ਫਾਰਮੂਲਾ ਬਣਾ ਦਿੱਤਾ ਕਿ ਦੋਵੇਂ ਸਰਕਾਰਾਂ ਤੈਅ ਕਰ ਲਓ ਕਿੰਨੇ ਮਜ਼ਦੂਰ ਤੁਸੀਂ ਭੇਜਣੇ ਆ ਔਰ ਤੁਹਾਨੂੰ ਕੀ ਸੋਰਸਿਸ ਚਾਹੀਦੇ ਆ, ਠੀਕ। ਔਰ 85% ਖਰਚਾ ਜਿਹੜਾ ਹੈ ਉਹ ਅਸੀਂ ਦੇਵਾਂਗੇ। ਸ਼੍ਰਮਿਕ ਟ੍ਰੇਨ ਚਲਾ ਕੇ ਉਹਨਾਂ ਲੋਕਾਂ ਨੂੰ ਜਾਣਾ ਸ਼ੁਰੂ ਕੀਤਾ। ਕੁਝ ਲੋਕ ਪੈਦਲ ਚੱਲ ਪਏ। ਸਾਨੂੰ ਆਦੇਸ਼ ਹੋਇਆ ਐਜ਼ ਏ ਪਾਰਟੀ ਕਿ ਜਿਹੜੇ ਲੋਕ ਪੈਦਲ ਚੱਲੇ ਨੇ, ਤੁਸੀਂ ਉਹਨਾਂ ਦੀ ਚੱਪਲ ਤੱਕ ਦਾ, ਖਾਣ ਪੀਣ ਦਾ, ਪਾਣੀ ਦਾ ਇੰਤਜ਼ਾਮ ਕਰਨਾ, ਔਰ ਜਿੱਥੇ ਤੁਹਾਨੂੰ ਮਿਲਦੇ ਨੇ, ਜੇ ਤੁਹਾਡੇ ਕੋਲ ਸੋਰਸ ਹੈ ਤਾਂ ਉਹਨਾਂ ਨੂੰ 10-20 ਕਿਲੋਮੀਟਰ 'ਤੇ ਪਹੁੰਚਾ ਕੇ ਵੀ ਆਉਣਾ, ਔਰ ਅਗਲੇ ਪਾਰਟੀ ਦੇ ਮੰਡਲ ਨੂੰ ਕਹਿਣਾ ਕਿ ਇੰਨੇ ਮਜ਼ਦੂਰ ਆ ਰਹੇ ਨੇ, ਇਹਨਾਂ ਦਾ ਰੋਟੀ ਪਾਣੀ ਦਾ ਪ੍ਰਬੰਧ ਕਰਨਾ। ਉਹ ਅਸੀਂ ਕੀਤਾ। ਅੱਜ ਫੀਡ ਦੀ ਨੀਡੀ ਪ੍ਰੋਗਰਾਮ ਕਿਹਨੇ ਦਿੱਤਾ? ਕਿਸੇ ਹੋਰ ਪਾਰਟੀ ਨੇ ਦਿੱਤਾ, ਸਾਡੀ ਪਾਰਟੀ ਨੇ ਦਿੱਤਾ। ਕਿ ਗਰੀਬ ਨੂੰ, ਮਾਈਗ੍ਰੈਂਟ ਲੇਬਰ ਵਾਸਤੇ ਅਸੀਂ ਸੋਚਿਆ, ਆਰੋਗਯ ਸੇਤੂ ਅਸੀਂ ਸੋਚਿਆ। ਇਹ ਗੱਲ ਸਾਡੀ ਪਾਰਟੀ ਨੇ ਜਿਸ ਦਿਨ ਕਰੋਨਾ ਸ਼ੁਰੂ ਹੋਇਆ ਉਸ ਦਿਨ ਹੀ ਇਹ ਪ੍ਰੋਗਰਾਮ ਦੇ ਦਿੱਤੇ ਸੀ। ਅਸੀਂ ਕੁੱਡ ਫੂਡ ਵੰਡੇ, ਅਸੀਂ ਦੂਸਰਾ ਅਨਕੁੱਕਡ ਫੂਡ ਵੰਡਿਆ, ਔਰ ਸਰਕਾਰ ਨੇ ਇਹ ਕਹਿ ਦਿੱਤਾ, ਤੁਸੀਂ ਥੋੜ੍ਹੇ ਧਿਆਨ 'ਚ ਵੀ ਹੋ ਗਏ ਆ ਕਿ ਜਿੰਨੇ ਵੀ ਸਟੇਟਸ ਨੇ ਉਹਨਾਂ ਕੋਲ ਸਟੇਟ ਡਿਜ਼ਾਸਟਰ ਫੰਡ ਦਾ ਪੈਸਾ ਪਿਆ, ਉਹ ਡਿਜ਼ਾਸਟਰ ਵਾਸਤੇ ਕੰਮ ਆਉਂਦਾ। ਲੇਕਿਨ ਉਹਦੇ ਨੋਰਮ ਚੇਂਜ ਕਰਕੇ ਉਹਨਾਂ ਨੇ ਕਹਿ ਦਿੱਤਾ ਕਿ ਜਿਹੜੇ ਕਿਸੇ ਵੀ ਕੈਟਾਗਰੀ 'ਚ ਮਜ਼ਦੂਰ ਨਹੀਂ ਆਉਂਦੇ ਲੋੜਵੰਦ, ਉਹਨਾਂ ਨੂੰ ਤੁਸੀਂ ਫੂਡ ਦਿਓ। ਇਹੀ ਸਰਕਾਰਾਂ ਕਰ ਸਕਦੀਆਂ। ਉਹ ਸਰਕਾਰਾਂ ਨੇ ਬਾਖੂਬੀ ਕੀਤਾ ਔਰ ਲੋਕਾਂ ਨੇ ਆਪਣਾ ਉਸਦਾ ਫਾਇਦਾ ਵੀ ਲਿਆ। ਲੋਕਾਂ ਨੂੰ ਰਾਸ਼ਨ ਵੀ ਪਹੁੰਚਿਆ, ਕੁੱਕਡ ਫੂਡ ਵੀ ਪਹੁੰਚਿਆ, ਪੈਸਾ ਵੀ ਪਹੁੰਚਿਆ। ਜੋ ਸਰਕਾਰ ਕਰਦੀ ਸੀ, ਅਸੀਂ ਇੱਕ ਇਨਸਾਨੀਅਤ ਦੇ ਨਾਤੇ ਉਹ ਜ਼ਿੰਮੇਵਾਰੀ ਪੂਰੀ ਕੀਤੀ ਹੈ। ਇਲੈਕਟ੍ਰਿਸਿਟੀ ਅਮੈਂਡਮੈਂਟ ਬਿੱਲ ਦੇ ਵਿੱਚ ਜਿਹੜਾ ਕਿ ਕਿਸਾਨ ਜਿਹੜੇ ਆਪਣੇ ਆਪ ਦੇ ਉਸ ਤੋਂ ਅਲੱਗ ਦੇਖ ਰਹੇ ਨੇ। ਇਲੈਕਟ੍ਰਿਸਿਟੀ ਜਿਹੜਾ ਬਿੱਲ ਦੀ ਅਮੈਂਡਮੈਂਟ ਹੋਈ ਹੈ, ਕਿਸਾਨਾਂ ਦੇ ਮਨ ਦੇ ਵਿੱਚ ਉਸ ਦੇ ਵਿੱਚ ਵੀ ਉਹਨੂੰ ਖਦਸ਼ਾ ਦੇਖਣ ਨੂੰ ਮਿਲ ਰਿਹਾ ਕਿ ਉਸ ਦੇ ਵਿੱਚ ਉਹਨੂੰ ਬਿੱਲ ਜਿਹੜਾ ਕਿ ਬਿੱਲ ਕਿਸ ਤਰ੍ਹਾਂ ਆਏਗਾ ਔਰ ਕੀ ਉਹਨੂੰ ਬਿੱਲ ਦੇ ਪੈਸੇ ਦੇਣੇ ਪੈਣਗੇ। ਦੇਖੋ, ਜਿਹੜਾ ਇਲੈਕਟ੍ਰਿਸਿਟੀ ਦਾ ਬਿੱਲ ਹੈ ਨਾ, ਉਹਦੇ 'ਚ ਮਨਸ਼ਾ ਇਹ ਹੈ ਕਿ ਅੱਜ ਇੱਥੇ 9 ਰੁਪਏ ਯੂਨਿਟ ਹੈ, ਨਾਲ ਦੀ ਸਟੇਟ 4 ਰੁਪਏ ਯੂਨਿਟ ਹੈ। ਇਸ ਨੂੰ ਰੈਗੂਲੇਟ ਕਰਨਾ ਕਿ ਨਹੀਂ ਕਰਨਾ? ਅਸੀਂ ਰੌਲਾ ਨਹੀਂ ਪਾਉਂਦੇ ਕਿ ਜੀ ਹਰਿਆਣੇ ਬਰਾਬਰ ਕਰੋ, ਹਿਮਾਚਲ ਬਰਾਬਰ ਕਰੋ। ਜਦ ਇੱਕ ਸਿਸਟਮ ਰੈਗੂਲੇਟਰੀ ਹੋਏਗਾ ਤਾਂ ਉਹਦੇ ਨਾਲ ਹੀ ਹੋਣਾ, ਇਹਦੇ ਨਾਲ ਕਿਸਾਨ ਨੂੰ ਕੋਈ ਨੁਕਸਾਨ ਨਹੀਂ ਹੋਣ ਵਾਲਾ। ਸਰ, ਆਖਰੀ ਸਵਾਲ ਸਰ, ਜਿੱਥੇ ਕਰੂਡ ਆਇਲ ਦੀ ਅੰਤਰਰਾਸ਼ਟਰੀ ਮਾਰਕੀਟ ਦੇ ਵਿੱਚ ਜਿਹੜੀ ਹੈ ਕਿ ਬਹੁਤ ਜਿਹੜੇ ਉਹਦੇ ਮੁੱਲ ਜਿਹੜੇ ਡਿੱਗੇ ਹੋਏ ਨੇ, ਉੱਥੇ ਹੀ ਜਿਹੜਾ ਕਿ ਦਿਨ ਪਰ ਦਿਨ ਆਪਣੇ ਪੈਟਰੋਲ ਡੀਜ਼ਲ ਦੇ ਰੇਟ ਜਿਹੜੇ ਵੱਧਦੇ ਨਜ਼ਰ ਆ ਰਹੇ ਨੇ। ਸਰ, ਤੁਹਾਡਾ ਉਸ ਵੇਲੇ ਕਹਿਣਾ ਕਿ ਸਮੁੱਚੀ ਦੁਨੀਆ ਦੇ ਰੇਟ ਥੱਲੇ ਜਾ ਰਹੇ ਨੇ ਔਰ ਸਾਡੇ ਦੇਸ਼ ਦੇ ਉੱਪਰ ਆ ਰਹੇ ਨੇ? ਆਪਣੀ ਜਾਣਕਾਰੀ ਕਰੈਕਟ ਕਰੋ। ਕਰੂਡ ਰੇਟ ਘੱਟ ਹੋਏ ਸੀ। ਕਦੋਂ ਹੋਏ ਸੀ? ਜਦੋਂ ਲੋਕਡਾਊਨ ਸਾਰੇ ਦੇਸ਼ਾਂ 'ਚ ਹੋ ਗਿਆ, ਤੇਲ ਹੈ ਹੀ ਨਹੀਂ ਸੀ।
ਉਹਨਾਂ ਕੋਲ ਸੰਭਾਲਣ ਵਾਸਤੇ ਤੇਲ ਹੈ ਨਹੀਂ ਸੀ, ਉਹਨਾਂ ਕੋਲ ਸਟੋਰ ਜਿਹੜੇ ਸੀ ਉਹਨਾਂ ਵਿੱਚ ਵੀ ਤੇਲ ਰੱਖਣ ਨੂੰ ਜਗ੍ਹਾ ਹੈ ਨਹੀਂ ਸੀ, ਇੰਨਾ ਤੇਲ ਫालतू ਹੋ ਗਿਆ। ਉਸ ਵੇਲੇ ਰੇਟ ਡਾਊਨ ਹੋ ਗਏ। ਜਿਉਂ ਲੋਕਡਾਊਨ ਖੁੱਲ੍ਹਿਆ ਡਿਮਾਂਡ ਵੱਧ ਗਈ, ਰੇਟ ਅਪ ਹੋ ਗਏ। ਲੇਕਿਨ ਮੈਂ ਨਹੀਂ ਕਹਿੰਦਾ ਕਿ ਇਹ ਅਪ ਰੇਟ ਹੋਣ ਨਾਲ ਜਿੰਨਾ ਰੇਟ ਇਸ ਵੇਲੇ ਹੋਣਾ ਚਾਹੀਦਾ। ਤੁਸੀਂ ਇੱਕ ਵਾਰੀ ਪੰਜਾਬ ਗੌਰਮੈਂਟ ਨੂੰ ਪੁੱਛੋ ਕਿ ਤੁਸੀਂ ਇੰਨਾ ਵੈਟ ਕਿਉਂ ਲਾਇਆ ਹੋਇਆ, ਬਾਕੀ ਸਰਕਾਰਾਂ ਨੂੰ ਪੁੱਛੋ ਕਿ ਤੁਸੀਂ ਇਸ ਨੂੰ GST 'ਚ ਕਿਉਂ ਨਹੀਂ ਆਉਣ ਦਿੰਦੇ, ਇਹ ਰੇਟ ਆਪਣੇ ਤੇ ਟੈਕਸ ਦਾ ਰੇਟ ਆਪਣੇ ਕੋਲ ਕਿਉਂ ਰੱਖਿਆ ਹੋਇਆ। ਇੰਟਰਨੈਸ਼ਨਲ ਵੀ ਇਫੈਕਟ ਹੈ, ਲੋਕਲ ਟੈਕਸ ਵੀ ਦਾ ਇਫੈਕਟ ਹੈ। ਸੋ ਇਹ ਸਨ ਸਾਡੇ ਨਾਲ ਅਵਿਨਾਸ਼ ਰਾਏ ਖੰਨਾ ਜੀ, ਜਿਨ੍ਹਾਂ ਨੇ ਬੜੇ ਵਿਸਥਾਰ ਦੇ ਨਾਲ ਜਾਣਕਾਰੀ ਦਿੱਤੀ ਔਰ ਇਸ ਨਾਲ ਉਹਨਾਂ ਨੇ ਇਹ ਵੀ ਦੱਸਿਆ ਕਿ ਸਵਾਮੀਨਾਥਨ ਰਿਪੋਰਟ ਦੇ ਹਿਸਾਬ ਦੇ ਨਾਲ ਹੀ ਜਿਹੜੇ ਕਿਸਾਨਾਂ ਦੇ ਸੰਬੰਧੀ ਜਿਹੜੇ 3 ਬਿੱਲ ਪਾਸ ਕੀਤੇ ਗਏ ਸਨ ਉਹਨਾਂ ਦੇ ਹਿੱਤ ਵਿੱਚ ਨੇ। ਚਿਰਾਗ ਸ਼ਰਮਾ, ਜੀਤ ਵੈਬ TV, ਜਲੰਧਰ। ਦੇਸ਼ ਦੁਨੀਆ ਤੇ ਕੋਰੋਨਾ ਮਹਾਮਾਰੀ ਦਾ ਅਸਰ। ਇਹ ਜ਼ਰੂਰੀ ਹੈ ਕਿ ਤੁਹਾਨੂੰ ਮਿਲੇ ਸਹੀ ਜਾਣਕਾਰੀ ਅਤੇ ਪਤਾ ਹੋਵੇ ਸੱਚੀ ਖਬਰ। ਅਜੀਤ ਵੈਬ TV ਦੇ ਸੈਂਕੜੇ ਪੱਤਰਕਾਰਾਂ ਦੀ ਹੈ ਹਰ ਪਲ, ਹਰ ਜਗ੍ਹਾ ਤੇ ਹਰ ਸਥਿਤੀ ਤੇ ਪੈਣੀ ਨਜ਼ਰ। ਪਿੰਡ, ਕਸਬਾ, ਸ਼ਹਿਰ ਹੋਵੇ ਜਾਂ ਦੇਸ਼ ਵਿਦੇਸ਼, ਅਸੀਂ ਜੁੜੇ ਹਾਂ ਤੁਹਾਡੇ ਨਾਲ ਅਖਬਾਰਾਂ ਤੇ ਸੋਸ਼ਲ ਮੀਡੀਆ ਰਾਹੀਂ। ਕਲਮ ਦੀ ਤਾਕਤ ਤੇ ਵੈਬ TV ਦੇ ਮਾਧਿਅਮ ਦੇ ਨਾਲ ਹਰ ਜਨ ਤੱਕ ਪਹੁੰਚਾਵਾਂਗੇ ਹਰ ਮਨ ਦੀ ਆਵਾਜ਼। ਹਰ ਆਮੋ ਖਾਸ ਤੇ ਹਕੂਮਤ ਨੂੰ ਵੀ ਕਰਾਂਗੇ ਸਵਾਲ ਜਵਾਬ। ਆਪ ਨਹੀਂ ਤਾਂ ਪਹੁੰਚੇਗੀ ਸਾਡੀ ਵੀਡੀਓ ਕਾਲ। ਅਫਵਾਹਾਂ ਤੋਂ ਬਚੋ ਅਤੇ ਸੱਚੀਆਂ ਤੇ ਸਹੀ ਖਬਰਾਂ ਦੇ ਲਈ ਜੁੜੇ ਰਹੋ ਅਜੀਤ ਵੈਬ TV ਦੇ ਨਾਲ।